ਕੋਕ ਸਟੂਡੀਓ ਦੇ ਵਿੱਚ ਜਿਹੜੇ ਵੀ ਆ ਕੇ ਸਿੰਗਰ ਬਹੁਤ ਹਿੱਟ ਹੋ ਜਾਂਦੇ ਨੇ, ਬਹੁਤ ਅੱਛਾ ਮਿਊਜ਼ਿਕ ਹੁੰਦਾ ਹੈ, ਮੈਨੂੰ ਇਹ ਦੱਸੋ ਕਿ ਕੋਕ ਸਟੂਡੀਓ 'ਚ ਤਾਲੁਕਾਤ ਵਾਲੇ ਸਿੰਗਰ ਕਾਮਯਾਬ ਨੇ ਜਾਂ ਹਲਕੇ ਬੰਦਿਆਂ ਨੂੰ ਵੀ ਪ੍ਰਮੋਟ ਕੀਤਾ ਗਿਆ? ਹਲਕੇ ਬੰਦਾ ਤੇ ਕਦੀ ਨਹੀਂ ਜਾ ਸਕਦਾ। ਅੱਛਾ, ਸਿਰਫ ਤਾਲੁਕਾਤ ਚੱਲਦੇ ਨੇ? ਤਾਲੁਕਾਤ ਚੱਲਣਗੇ। ਔਰ ਉਸ ਤੋਂ ਬਾਅਦ ਤੁਸੀਂ ਦੱਸੋ ਕੋਕ ਸਟੂਡੀਓ ਦਾ ਕੋਈ ਗਾਣਾ ਮੈਨੂੰ ਹਿੱਟ ਤੁਸੀਂ ਸੁਣਾ ਦਿਓ ਜ਼ਰਾ। ਪਸੂੜੀ। ਉਸ ਤੋਂ ਬਾਅਦ ਕਾਫੀ ਗਾਣੇ ਨੇ, ਮਤਲਬ ਅੰਦਾਜ਼ਨ ਕਿੰਨੇ? ਕੁਝ ਕਵਰਸ ਵੀ ਨੇ। ਅੰਦਾਜ਼ਨ ਕਿੰਨੇ ਹੋਣਗੇ? 10-15 ਹੋਣਗੇ? ਹਾਂ, ਨਹੀਂ ਕਾਫੀ ਜ਼ਿਆਦਾ ਆਈ ਥਿੰਕ। ਅੱਛਾ 50 ਹੋਣਗੇ? ਹਾਂ ਚਲੋ। ਤੇ 15 ਸਾਲਾਂ 'ਚ 50 ਗਾਣੇ? ਅੱਛਾ, ਮਤਲਬ ਇੰਨਾ ਵੱਡਾ ਬ੍ਰਾਂਡ ਹੈ, ਫਾਰਮੈਟ ਵੀ ਬਹੁਤ ਵੱਡਾ ਹੈ, ਬਹੁਤ ਖਰਚਾ ਹੁੰਦਾ ਹੈ। ਜਿਹੜੀਆਂ ਸਿੰਗਰਾਂ ਆਈਆਂ ਨੇ ਉਹਨਾਂ ਦੇ ਪ੍ਰਾਈਵੇਟ ਐਲਬਮ ਦੇ ਗਾਣੇ ਸੁਣ ਲਓ ਤੁਸੀਂ। ਅੱਛਾ, ਕੁਝ ਵੀ ਨਹੀਂ। ਤੁਸੀਂ ਉਹਨੇ ਕਿਸੇ ਪੁੱਛ ਰਹੇ ਸੋ ਸਿੰਗਰਾਂ ਦੇ, ਨਤਾਸ਼ਾ ਬੇਗ ਦਾ ਵੀ ਤੁਸੀਂ ਪੁੱਛ ਰਹੇ ਸੋ, ਉਹਦਾ ਕੋਈ ਅੱਛਾ ਗਾਣਾ ਸੁਣਾ ਦਿਓ ਤੁਸੀਂ ਕੋਈ ਵੀ ਮਾਸ਼ਾਅੱਲਾ ਇੱਕ ਆਰਟਿਸਟ ਹੋ, ਤੁਹਾਨੂੰ ਵਾਈਬ ਕੋਈ ਆ ਰਹੀ ਹੈ, ਯਾਦ ਆ ਰਿਹਾ? ਨਹੀਂ ਵੈਸੇ ਫਿਲਹਾਲ ਨਹੀਂ ਆ ਰਿਹਾ। ਮਾਸ਼ਾਅੱਲਾ। ਤੇ ਪੁੱਛ ਲਓ ਉਹਨਾਂ ਦੇ, ਤੁਸੀਂ ਗੱਲਾਂ ਸੁਣ ਲਓ ਲੋਕਾਂ ਦੀਆਂ, ਜਿਸ ਟਾਈਮ ਪੈਸੇ ਮੰਗ ਰਹੀਆਂ ਹੋਣੀਆਂ, ਇੰਨੇ ਪੈਸੇ ਦੇ ਦਿਓ, ਇੰਨੇ ਪੈਸੇ, ਤੇ ਗਾਣਾ ਕੱਖ ਵੀ, ਉੱਥੇ ਜਾ ਕੇ ਫਿਰ ਮਾਹੀਆਰ ਦੀ ਗੜੋਲੀ ਗਾ ਰਹੇ ਹੁੰਦੇ ਨੇ ਸਾਰੇ। ਹਾਂ, ਪੁਰਾਣਾ ਸਾਰਾ। ਮੈਂ ਗੱਲ ਕਰ ਰਿਹਾ ਫਿਰ ਤੁਹਾਡਾ ਦੇਖੋ, ਮੇਰਾ ਇਹ ਮੰਨਣਾ ਹੈ ਕਿ ਠੀਕ ਹੈ, ਤੁਸੀਂ ਕਿੱਥੇ ਵੀ ਜਾਂਦੇ ਹੋ ਤੁਹਾਡੀ ਆਪਣੀ ਪਛਾਣ ਵੀ ਤਾਂ ਹੋਣੀ ਚਾਹੀਦੀ, ਯਾਰ ਇਹ ਗਾਣਾ ਇਸ ਮੁੰਡੇ ਦਾ, ਯਾਰ ਇਹ ਗਾਣਾ ਇਸ ਬੰਦੀ ਦਾ, ਯਾਰ ਇਹ ਗਾਣਾ ਇਸ ਦਾ, ਕਮ ਸੇ ਕਮ 1-2 ਗਾਣੇ ਤੇ ਹੋਣੇ ਚਾਹੀਦੇ ਨਾ, ਔਰ ਅੱਛੇ। ਕੁਝ ਸਿੰਗਰਸ ਦੇ ਕਮਾਲ ਹੀ ਸੀ ਨਾ। ਕੀ ਬਾਤ ਹੈ। ਹਾਂ, ਉਹ ਤੇ ਪਹਿਲੇ ਦੇ ਹਿੱਟ ਸਨ ਨਾ, ਕੋਕ ਸਟੂਡੀਓ ਨੇ ਹਿੱਟ ਕੀਤਾ ਉਹਨਾਂ ਨੂੰ। ਸ਼ਾਜ਼ੀਆ ਮੰਜ਼ੂਰ ਜੀ ਆਏ ਨੇ, ਉਹ ਪਹਿਲੇ ਦੇ ਹਿੱਟ ਸਨ। ਅਲੀ ਜ਼ਫਰ ਆਇਆ, ਉਹ ਪਹਿਲੇ ਦਾ ਹਿੱਟ ਸੀ। ਅੱਛਾ, ਆਇਮਾ ਬੇਗ ਸਿਰਫ ਕੋਕ ਸਟੂਡੀਓ ਤੋਂ ਹਿੱਟ ਹੋਈ, ਠੀਕ ਹੈ, ਤੇ ਲੇਕਿਨ ਪ੍ਰਾਈਵੇਟ ਗਾਣੇ ਕਿੱਥੇ ਨੇ ਉਹਦੇ? ਉਹ ਜਦੋਂ ਕੋਕ ਸਟੂਡੀਓ ਤੋਂ ਜਾਏਗੀ ਅੱਛਾ ਗਾਏਗੀ ਡੈਫੀਨੇਟਲੀ। ਇੱਕ ਇੰਨੀ ਉਹਨਾਂ ਦੀ ਅੱਛੀ ਮਤਲਬ ਹੈ ਕਿ ਅਰੇਂਜਮੈਂਟ ਹੈ। ਉਸ ਤੋਂ ਬਾਅਦ ਉਹਨਾਂ ਦਾ ਗਾਣਾ ਇੰਨੀ ਜਗ੍ਹਾ ਤੇ ਪ੍ਰੋਸੈਸ ਹੋ ਕੇ ਆਉਂਦਾ ਹੈ, ਉਹ ਆਵਾਜ਼ ਹੈ, ਦੇਖੋ ਅਸੀਂ ਸਟੂਡੀਓ ਦਾ ਕੰਮ ਕਰ ਰਹੇ ਹਾਂ, ਇੰਨਾ ਅੱਛਾ ਮਿਕਸ ਮਾਸਟਰ ਹੁੰਦਾ ਹੈ, ਇੰਨਾ ਅੱਛਾ ਉਹਦੀ ਮਿਕਸਿੰਗ ਹੁੰਦੀ ਹੈ, ਉਹਦੀ ਮਾਸਟਰਿੰਗ ਹੁੰਦੀ ਹੈ, ਤੇ ਫਿਰ ਤੁਸੀਂ ਸੁਣਦੇ ਹੋ ਤੁਹਾਨੂੰ ਅੱਛਾ ਹੀ ਲੱਗੇਗਾ ਨਾ। ਯੈਸ। ਅੱਛਾ, ਹੁਣ ਤੁਸੀਂ ਆਇਮਾ ਬੇਗ ਦਾ ਨਾਮ ਲਿਆ, ਮੈਂ ਸੋਚਿਆ ਮੁੰਡਿਆਂ ਸਿੰਗਰਸ ਦਾ ਤੁਹਾਡੇ ਤੋਂ ਪੁੱਛ ਲਿਆ, ਕੁੜੀਆਂ ਦਾ ਵੀ ਥੋੜਾ ਬਹੁਤ ਪੁੱਛ ਲੈਂਦੇ। ਕੁੜੀਆਂ ਦਾ ਤਾਂ ਅਸੀਂ ਜ਼ਿਆਦਾ ਦੱਸਾਂਗੇ। ਅੱਛਾ ਜੀ, ਚਲੋ। ਆਇਮਾ ਬੇਗ ਅੱਛੀ ਆਰਟਿਸਟ ਹੈ। 10 ਚੋਂ ਕਿੰਨੇ ਨੰਬਰ ਦੋਗੇ? 8 ਨੰਬਰ। ਓਕੇ, 2 ਨੰਬਰ ਕਿਉਂ ਕੱਟਦੇ ਹੋ? ਇਸ ਵਾਸਤੇ ਕੱਟ ਰਹੇ ਆ ਕਿ ਉਹ 2 ਨੰਬਰ ਉਹੀ 2 ਨੰਬਰ ਨੇ ਜਿਹੜੇ ਕੱਟਣੇ ਚਾਹੀਦੇ ਨੇ। ਅੱਛੀ ਆਰਟਿਸਟ ਹੈ, ਆਰਟਿਸਟ ਅੱਛੀ ਹੈ, ਲੇਕਿਨ ਪ੍ਰਾਈਵੇਟ ਐਲਬਮ ਦੇ ਗਾਣੇ ਉਹਨੇ ਕੀਤੇ ਨੇ, ਕਿੰਨੇ ਕੋਲੈਬੋਰੇਸ਼ਨਸ ਵੀ ਕੀਤੀਆਂ ਨੇ। ਮੇਰੇ ਉਸਤਾਦ ਜੀ ਬੱਗਾ ਜੀ ਨਾਲ ਵੀ ਉਹਨੇ ਕੋਲੈਬੋਰੇਸ਼ਨਸ ਬਾਅਦ ਵਿੱਚ ਕੀਤੀਆਂ ਨੇ, ਕਿੰਨੇ ਗਾਣੇ ਹਿੱਟ ਹੋਏ। ਓਕੇ, ਸਾਰਾ ਅਲਤਾਫ ਆਉਣ ਵਾਲੇ ਦਿਨਾਂ ਦੀ ਬੜੀ ਅੱਛੀ ਆਰਟਿਸਟ ਹੈ। ਉਹਨੇ ਬੜੇ ਅੱਛੇ ਹੁਣ ਪਿੱਛੇ ਉਹਦੀ ਪਰਸਨੈਲਿਟੀ ਵੀ ਅੱਛੀ ਆਣੀ ਸ਼ੁਰੂ। ਈਦ ਦੇ ਕਰੀਬ ਕੁਝ ਗਾਣੇ ਆਏ ਸੀ, ਉਹਨੇ ਆਪਣੇ ਆਪ ਨੂੰ ਆਕਾਸ਼ਾ ਜੀ ਬੜਾ ਗਰੂਵ ਕੀਤਾ ਉਹਨੇ। ਅੱਛੀ ਗੱਲ ਹੈ ਕਿ ਆਰਟਿਸਟ ਨੂੰ ਆਪਣੇ ਆਪ ਨੂੰ ਗਰੂਵ ਵੀ ਕਰਨਾ ਚਾਹੀਦਾ ਹੈ। ਹਮਾਰਾ ਅਰਸ਼ਦ ਹੁਣ ਉਹ ਪੁਰਾਣੇ ਹੋ ਗਏ ਨੇ, ਉਹਨਾਂ ਨੂੰ ਚਾਹੀਦਾ ਹੈ। ਹਮਾਰਾ ਅਰਸ਼ਦ ਦੇ ਵਾਸਤੇ ਮੈਂ ਜ਼ਰੂਰ ਕਹਾਂਗਾ ਕਿ ਪਿਛਲੇ ਦਿਨਾਂ ਜਿੰਨੇ ਉਹਨਾਂ ਦੇ ਗਾਣੇ ਆਏ ਨੇ, ਉਹ ਉਹਨਾਂ ਦੀ ਪਰਸਨੈਲਿਟੀ ਨੂੰ ਬਿਲਕੁਲ ਸੂਟ ਨਹੀਂ ਕਰਦੇ। ਸਹੀ, ਉਹਨਾਂ ਨੂੰ ਬਹੁਤ ਅੱਛਾ ਗਾਣਾ ਕਰਨਾ ਚਾਹੀਦਾ। ਓਕੇ, ਉਹ ਪਤਾ ਨਹੀਂ ਉਹਨੂੰ ਕੀ ਹੋ ਗਿਆ, ਉਹਨਾਂ ਨੂੰ ਬਹੁਤ ਅੱਛੀ ਆਰਟਿਸਟ ਸੀ, ਜਿਹਨੇ ਗਾਣੇ ਪ੍ਰਾਈਵੇਟ ਉਹਨਾਂ ਦੇ ਹਿੱਟ ਹੋਏ ਨੇ। ਮੇਰੇ ਖਿਆਲ ਪ੍ਰਾਈਵੇਟ ਐਲਬਮ ਦੇ ਵਿੱਚ ਕਿਸੇ ਦੇ ਵੀ ਹਿੱਟ ਨਹੀਂ ਹੋਏ। ਸਹੀ, ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਅੱਛਾ ਕੰਮ। ਤੁਹਾਨੂੰ ਕੀ ਲੱਗਦਾ ਵਜ੍ਹਾ ਕੀ ਹੈ ਉਹਨਾਂ ਦੇ ਸਾਰੇ, ਯਾਨੀ ਕਿ ਗਾਣੇ ਸਾਰੇ ਫਲॉप ਸੀ? ਫਲॉप ਹੁਣ ਉਹਨਾਂ ਨੇ ਗਾਣੇ ਕੀਤੇ ਨੇ, ਉਹ ਤੇ ਨਹੀਂ ਸੁਣ ਸਕਦੇ ਤੁਸੀਂ। ਤੇ ਉਹਦੀ ਵਜ੍ਹਾ ਕੀ ਹੈ? प्रोडक्शन पैसा नहीं लगा रहे उसने। अच्छा 2 लड़के इत्थे खड़े कीते, 2 इत्थे खड़े कीते। गाने दी जड़ी ऑडियो वीडियो एनी माठी हो गई है कि उन्हां नूं सूट ही नहीं कर रही। वो मेरी ते बहुत अच्छी दोस्त ने, मैं उन्हां नूं ये जरूर कहांगा कि अपनी प्रोडक्शन दे काम करो। सही। और गाना एक भावें साल दे विच एक काट लो लेकिन मजा आ जाए, लेकिन आर्टिस्ट बहुत अच्छी है। सही। अच्छा जी, शाय गिल पसूड़ी वाले सिंगर, ਉਹ ਮੈਨੂੰ ਪਸੂੜੀ ਮੈਂ ਉਹਦੇ ਗਾਣੇ ਨਹੀਂ ਸੁਣੇ। ਅੱਛਾ, ਪਸੂੜੀ ਹੀ ਉਹਨਾਂ ਦਾ ਜ਼ਿਆਦਾ ਵਾਇਰਲ ਹੈ। ਉਸ ਲੇਕਿਨ ਉਹ ਗਾਣਾ ਨਾਮ ਜਿਹੜਾ ਉਹ ਅਲੀ ਸੇਠੀ ਨੂੰ ਉਹਦੇ ਨਾਂ ਹੈ। ਓਕੇ, ਠੀਕ ਹੈ, ਗਾਣਾ ਉਹਦੇ ਨਾਂ ਨਹੀਂ ਹੈ। ਠੀਕ ਹੈ ਜੀ। ਸ਼ਾਜ਼ੀਆ ਮੰਜ਼ੂਰ ਸਾਹਿਬਾ, ਕੀ ਬਾਤ ਹੈ। ਓਕੇ, ਉਹਨੂੰ ਕਹਿੰਦੇ ਨੇ ਪੈਦਾ ਨਾ ਸ਼ੁੱਧ, ਆਲਵੇਜ਼ ਬਿਊਟੀਫੁਲ ਆਵਾਜ਼ ਦੇ ਨਾਲ। ਹੁਣ ਵੀ ਮਾਸ਼ਾਅੱਲਾ, ਹੁਣ ਵੀ she performs। मैं कहता हूँ क्या बात है। सही। जब वो आती है ना, जब वो आती है ना माशाल्लाह, आती है तो पता चलेगा, रौनक लग जाती है ना। और नाल माशाल्लाह सख्त भी बहुत ने, वो तफा मुक्का भी आराम नाल मारते ने। निमरा मेहरा मेरे वास्ते उन्होंने बड़े अच्छा वीडियो बाइट किया उन्होंने। अच्छा जी। उन्होंने कहा खाजा साहब मैं ਤੁਹਾਡੇ गाने सुने ने, मैंने बड़ी खुशी है और इंशाल्लाह ਅਸੀਂ ਦੋਨੋਂ ਮਿਲ ਕੇ ਕੰਮ, ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿਸੇ ਵੀ ਵੱਡੀ ਆਰਟਿਸਟ ਦੀ, ਇੱਕ ਛੋਟੇ ਆਰਟਿਸਟ ਦੇ ਬਾਰੇ ਚ, ਇੱਕ ਨਿਊ ਕਮਰ ਦੇ ਬਾਰੇ ਚ ਇੱਕ ਵੱਡੀ ਆਰਟਿਸਟ ਇਹ ਕਹਿ ਰਹੀ ਹੈ ਕਿ ਅਸੀਂ ਮਿਲ ਕੇ ਕੰਮ ਕਰਾਂਗੇ। उन्होंने वीडियो बाइट स्पेशली मेरे वास्ते भेजा। वाह वाह वाह, वेरी गुड। निमरा मेहरा अच्छी आर्टिस्ट है जी, ਉਹਦੇ ਬਾਰੇ ਬਹੁਤ ਲੋਕ ਬੁਰੀਆਂ ਗੱਲਾਂ ਕਰਦੇ ਨੇ। ਉਹ ਕੀ ਗੱਲਾਂ ਕਰਦੇ ਨੇ? ਕਿ ਜੀ ਇਹ ਪਲੇਬੈਕ ਸਿੰਗਰ ਨਹੀਂ ਹੈ, ਅੱਛਾ ਫਲਾਨੀ ਸਿੰਗਰ ਨਹੀਂ ਹੈ। ਉਹ ਬਈ ਪਲੇਬੈਕ ਤੁਸੀਂ ਕਿਸੇ ਨੂੰ ਗਵਾਓਗੇ ਤੇ ਪਲੇਬੈਕ ਪਤਾ ਚੱਲੇਗਾ ਨਾ। ਤੁਸੀਂ ਚੂੜੀਆਂ ਤੋਂ ਲੈ ਕੇ ਹਲੇ ਤੱਕ ਤੁਸੀਂ ਗਾ ਰਹੇ ਹੋ। ਮੈਂ ਤੁਹਾਡੇ ਨਾਲ ਪਹਿਲੇ ਦਿਨ ਗੱਲ ਕਰ ਰਿਹਾ ਹਾਂ, ਦੂਸਰੇ ਦਿਨ ਮੇਰਾ ਤੁਹਾਡੇ ਨਾਲ ਕੌਨਫੀਡੈਂਸ ਹੋਰ ਹੋਏਗਾ, ਚੌਥੇ ਦਿਨ ਹੋਰ ਹੋਏਗਾ, 1 ਸਾਲ ਬਾਅਦ ਹੋਰ ਹੋਏਗਾ। ਠੀਕ ਹੈ ਨਾ। ਹੁਣ ਇੱਕ ਬੰਦੇ ਨੂੰ ਜੈਸੇ ਮੈਂ ਇੰਡੀਆ ਦੀ ਫਿਲਮਾਂ 'ਚ ਗਾਣੇ ਗਾ ਲਏ, ਠੀਕ ਹੈ, ਤੇ ਪਾਕਿਸਤਾਨੀ ਲੋਕਾਂ ਜੀ ਇਹਦੀ ਆਵਾਜ਼ ਜਿਹੜੀ ਉਹ ਪਲੇਬੈਕ ਨਹੀਂ ਹੈ ਸਾਡੇ ਵਾਸਤੇ, ਕਿਸ ਤਰ੍ਹਾਂ ਹੋ ਸਕਦਾ ਹੈ? ਸਹੀ।
ਤੇ ਉਹ ਬਹੁਤ ਅੱਛੀ ਆਰਟਿਸਟ ਹੈ। ਦੇਖੋ ਆਰਟਿਸਟ ਦਾ ਉਹਨੂੰ ਤੁਸੀਂ ਅੱਛਾ ਕੰਮ ਦਿਓਗੇ। ਜਿਹੜੀਆਂ ਸਾਡੀਆਂ ਫਿਲਮਾਂ ਬਣ ਰਹੀਆਂ ਨੇ ਉਹਦੇ ਚ ਕੀ ਕਿਸੇ ਫੀਮੇਲ ਨੇ ਗਾਣਾ ਗਾਣਾ ਹੈ? ਨਸੀਬੋ ਜੀ ਗਾ ਰਹੇ ਨੇ। ਹਾਂਜੀ, ਕੀ ਬਾਤ ਹੈ, ਕਮਾਲ, ਕੀ ਬਾਤ ਹੈ। ਕੱਲ ਵੀ ਅਸੀਂ ਸੈਟ ਤੇ ਸਾਂ ਸੀ ਮੁਖੋ ਦੇ। ਅੱਛਾ ਜੀ, ਇੰਨਾ ਅੱਛਾ ਗਾਣਾ ਪਿਕਚਰਾਈਜ਼ ਹੋ ਰਿਹਾ ਸੀ। ਮੁਖੋ ਫਿਲਮ ਕੈਸੀ ਸ਼ੂਟ ਹੋ ਰਹੀ ਹੈ? ਬਹੁਤ ਅੱਛੀ ਹਿੱਟ ਜਾਏਗੀ? ਹੈ, ਹਿੱਟ ਜਾਏਗੀ? ਹਿੱਟ ਜਾਵੇ ਨਾ ਜਾਵੇ ਲੇਕਿਨ ਫਿਲਮ ਅੱਛੀ ਹੈ। ਠੀਕ ਹੈ, ਲੋਕ ਦੇਖਣ ਵੀ ਆਣਗੇ। ਠੀਕ ਹੈ। ਜ਼ਿਸ਼ਾਨ ਰੁਖੜੀ ਨੇ ਜਿਹੜਾ ਕਿਹਾ ਕਿ ਮੈਂ ਉਸ ਫਿਲਮ ਤੋਂ ਇਨਕਾਰ ਕਰਤਾ ਕਿਉਂਕਿ ਬਜਟ ਮੇਰੇ ਮਿਆਰ ਦਾ ਨਹੀਂ ਸੀ। ਝੂਠ ਬੋਲ ਰਹੇ। ਅੱਛਾ, ਨਹੀਂ ਨਹੀਂ, ਤੇ ਉਹ ਕਹਿ ਰਹੇ ਸੀ ਕਿ ਮੈਂ ਆਈ ਥਿੰਕ ਅਗਰ ਉਹ ਇੰਨਾ ਹੀ ਅੱਛਾ ਹੈ ਨਾ, ਉਹਨਾਂ ਨੂੰ ਅੱਲਾ ਨੇ ਬੜੇ ਪੈਸੇ ਦੇਣੇ, ਇੱਕ ਆਪਣੀ ਫਿਲਮ ਬਣਾ ਕੇ ਦਿਖਾਵੇ ਜ਼ਰਾ। ਦੇਖੀ ਫਿਲਮਾਂ ਦੇ ਵਿੱਚ ਹੋਰ ਕੰਮ ਹੁੰਦਾ, ਉਹਦੇ 'ਚ ਮੁੱਕਾ ਵੀ ਪੈਣਾ ਹੈ, ਖੂਨ ਵੀ ਨਿਕਲਣਾ ਹੈ, ਕੱਪੜੇ ਵੀ ਫਟਣੇ ਨੇ, ਠੀਕ ਹੈ ਨਾ। ਤੇ ਤੁਸੀਂ ਤਾਂ ਇੱਕ ਸਿੰਗਰ ਹੋ, ਇੱਕ ਆਰਟਿਸਟ ਹੋਰ ਚੀਜ਼ ਹੁੰਦੀ ਹੈ, ਸਿੰਗਰ ਹੋਰ ਚੀਜ਼ ਹੁੰਦਾ ਹੈ। ਤੇ ਜ਼ਿਸ਼ਾਨ ਰੁਖੜੀ ਨੇ ਕਿਹਾ ਕਿ ਨਹੀਂ ਪੈਸੇ ਘੱਟ ਸੀ, ਮੈਂ ਇਨਕਾਰ ਕਰ ਦਿੱਤਾ। ਕਹਿੰਦਾ ਮੈਂ ਕਰੋੜ ਮੰਗਿਆ। ਜੀ 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 ਜੀ, ਕਰੋੜ ਦਾ ਤੇ ਕਰੋੜ ਦੇ ਅੱਜ ਕੱਲ ਜਿਹੜਾ ਉਹ ਫਵਾਦ ਨਹੀਂ ਮੰਗਦਾ। ਤੁਸੀਂ ਕੋਈ ਫਵਾਦ ਤੋਂ ਵੱਡੇ ਆਰਟਿਸਟ ਹੋ, ਇਸ ਤਰ੍ਹਾਂ ਇਹ ਗਲਤ ਗੱਲ ਹੈ। ਤੁਹਾਨੂੰ ਕੀ ਲੱਗਦਾ ਫਿਰ ਕੀ ਗੱਲ ਹੋਏਗੀ ਅਸਲ 'ਚ? ਕੋਈ ਗੱਲ ਨਹੀਂ, ਉਹ ਅਨਫਿਟ ਬੰਦਾ ਸੀ। ਓਕੇ, ਫਿਲਮ ਦੇ ਵਿੱਚ ਫਿੱਟ ਹੀ ਨਹੀਂ ਹੋ ਸਕਦਾ। ਯਾਨੀ ਫਿਲਮ ਵਾਲਿਆਂ ਨੇ ਨਹੀਂ ਰੱਖਿਆ? ਨਹੀਂ ਸਰ, ਉਹ ਫਿੱਟ ਹੋ ਹੀ ਨਹੀਂ ਸਕਦਾ। ਹੁਣ ਭਾਵੇਂ ਜਿੰਨੇ ਮਰਜ਼ੀ ਬਹਾਨੇ ਲਾ ਲੈਣਾ ਜੀ, ਮੈਂ ਉਹਨੂੰ ਕਰੋੜ ਕਹਿ ਦਿੱਤਾ, ਹੁਣ ਮੈਂ ਤੁਹਾਡੀ ਗੱਲ ਹੋ ਰਹੀ ਹੈ, ਮੈਂ ਬਾਹਰ ਜਾ ਕੇ ਕਹਾਂ ਜੀ ਮੈਂ ਕਾਸ਼ਾ ਨੂੰ ਇਹ ਕਹਿਤਾ ਸੀ, ਇਹ ਕਹਿੰਦੀ, ਇਹ ਨਹੀਂ ਹੋ ਸਕਦਾ। ਜਾਂ ਤੇ ਉਹਨਾਂ ਦੇ ਸਾਹਮਣੇ ਕੋਈ ਰਿਕਾਰਡਡ ਤੇਰੀ ਗੱਲ ਹੁੰਦੀ ਤੇ ਫਿਰ ਅਸੀਂ ਮੰਨਦੇ। ਮੈਂ ਕੱਲ ਉਹਨਾਂ ਨਾਲ ਬੈਠਾ ਰਿਹਾ ਜੀ, ਸੰਗੀਤਾ ਆਪਾ ਦੇ ਨਾਲ ਬੈਠਾ ਰਿਹਾ ਮੈਂ, ਸਹਿਮਾ ਜੀ ਦੇ ਨਾਲ। ਇਨਸ਼ਾਅੱਲਾ ਆਉਣ ਵਾਲੇ ਦਿਨ ਮੇਰਾ ਸਹਿਮਾ ਜੀ ਦੇ ਨਾਲ ਵੀ ਤੁਸੀਂ ਗਾਣਾ ਵੇਖੋਗੇ। ਓਕੇ, ਉਹਨਾਂ ਨਾਲ ਕੱਲ ਗੱਲ ਹੋਈ ਹੈ ਬੜੀ। ਦੇਖੋ ਮੈਂ ਐਜ਼ ਏ ਆਰਟਿਸਟ ਉਹਨਾਂ ਨੂੰ ਰਿਕੁਐਸਟ ਕੀਤੀ ਹੈ, ਉਹਨਾਂ ਨੇ ਮੇਰੀ ਰਿਕੁਐਸਟ ਮੰਨੀ, ਉਹਨਾਂ ਨੇ ਮੇਰਾ ਕੰਮ ਵੇਖਿਆ, ਉਹਨਾਂ ਨੇ ਕहा ख्वाजा साहब आपके साथ काम करेंगे। मैंने कहा जी बस ठीक है। ਹੁਣ ਅਗਰ ਮੈਂ ਸਹਿਮਾ ਜੀ ਨੂੰ ਲੈਣਾ ਤਾਂ ਸਹਿਮਾ ਜੀ ਕਿਹੜੇ ਕੁਝ ਸਸਤੇ ਆਰਟਿਸਟ ਨੇ। तो ਜ਼ਿਸ਼ਾਨ ਰੋਖੜੀ ਸਾਹਿਬ ਨੂੰ ਚਾਹੀਦਾ ਇਹ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਉਹ ਇੱਕ ਅੱਛੇ ਆਰਟਿਸਟ ਨੇ, ਉਹ ਆਪਣੇ ਜਿਹੜਾ ਗਾਣਾ ਗਾ ਰਹੇ ਨੇ ਵਾਜੇ ਤੇ ਬਹਿ ਕੇ ਉਹ ਹੀ ਗਾਵਣ। ਉਹਨਾਂ ਨੂੰ ਫਿਲਮ ਸਟਾਰ ਲੋਕਾਂ ਦੇ ਨਾਲ ਨਹੀਂ ਗੱਲ ਕਰਨੀ ਚਾਹੀਦੀ, ਕਿਸੇ ਤੋਂ ਡਿਗਰੇਡ ਵੀ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਜੀ ਮੁਹੰਮਦ ਰਾਣਾ ਨੂੰ 5 ਲੱਖ ਰੁਪਇਆ, ਉਹ ਮੁਹੰਮਦ ਰਾਣਾ ਹੈ ਜਿਹਨੇ ਸੁਪਰ ਹਿੱਟ ਫਿਲਮਾਂ ਦਿੱਤੀਆਂ ਨੇ। ਉਹ ਵੈਸੇ ਹੀ ਉਹਨਾਂ ਨੂੰ ਨਹੀਂ ਚਾਹੀਦਾ ਸੀ ਕਿ ਜ਼ਿਸ਼ਾਨ ਰੋਖੜੀ ਨੂੰ ਇਹ ਗੱਲ ਕਰਨੀ ਚਾਹੀਦੀ। ਮੁਹੰਮਦ ਰਾਣਾ ਦਾ ਅੱਜ ਕੱਲ੍ਹ ਬੜੇ ਕਲਿੱਪਸ ਵਾਇਰਲ ਹੋ ਜਾਂਦੇ ਨੇ ਅਚਾਨਕ, ਐਂਡ ਲੋਕ ਕਹਿੰਦੇ ਨੇ ਕਿ ਉਹ ਆਪਣੀ ਸੈਂਸਸ ਦੇ ਵਿੱਚ ਨਹੀਂ ਹੁੰਦੇ, ਤੇ ਇੰਜ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ? ਦੇਖੋ ਜੀ, ਪਰਸਨਲ ਲਾਈਫ ਹਰ ਆਰਟਿਸਟ ਦੀ ਆਪਣੀ ਹੁੰਦੀ ਹੈ। ਪੂਰੀ ਦੁਨੀਆ ਦੇ ਲੋਕ ਸਾਰਾ ਕੁਝ ਕਰਦੇ ਨੇ, ਲੇਕਿਨ ਔਨ ਸਕਰੀਨ ਔਰ ਕਿਸੇ ਇਵੈਂਟ ਦੇ ਵਿੱਚ ਨਹੀਂ ਕਰਨਾ ਚਾਹੀਦਾ। ਬਾਕੀ ਸਾਰੀ ਦੁਨੀਆ ਤੁਹਾਨੂੰ ਪਤਾ ਹੈ ਆਪਣੇ ਮਜ਼ਾ ਲੈਂਦੀ ਹੈ, ਲੈਣ ਤੋਂ। ਅੱਛਾ, ਇੱਕ ਹੋਰ ਗੱਲ ਵੀ ਹੈ ਕਿ ਜਿੰਨੇ ਵੀ ਹੈ ਆਈ ਥਿੰਕ ਜਾਂ ਮੋਸਟਲੀ ਸਿੰਗਰ, ਚਲੋ ਸਰਾਇਕੀ ਨਹੀਂ ਕਵਾਂਗੇ ਕਿਉਂਕਿ ਫਿਰ ਉਹ ਸਰਾਇਕੀ ਕਹਿਣਗੇ, ਸਰਾਇਕੀ ਵੀ ਸਾਡੇ ਭਰਾ ਨੇ। ਮੋਸਟਲੀ ਸਿੰਗਰਸ ਕਹਿੰਦੇ ਨੇ ਕਿ ਉਹ ਖਾਸ ਆਪਣੇ ਇੰਤਜ਼ਾਮਾਤ ਤੋਂ ਬਗੈਰ ਕੰਮ ਨਹੀਂ ਕਰ ਸਕਦੇ। ਇਹ ਗੱਲ ਹੈ, ਮੇਰੀ ਬਹੁਤ ਦਫਾ ਮੁਲਾਕਾਤ ਹੋਈ। ਇਹ ਪਿਛਲੇ ਦਿਨਾਂ 'ਚ ਮੈਂ ਬਸੰਤ ਦਾ ਗਾਣਾ ਕੀਤਾ ਹੈ ਐਵਨਿਊ ਸਟੂਡੀਓ ਦੇ ਵਿੱਚ। ਅੱਛਾ, ਤੇ ਉਹ ਤੇਰੇ ਆਏ ਤੇ ਉਹਨੇ ਕਿਹਾ ਇੰਨੇ ਲੋਕ ਉੱਤੇ ਕਿੱਥੇ ਜਾ ਰਹੇ ਨੇ? ਮੈਂ ਕਿਹਾ ਯਾਰ ਉੱਤੇ ਸ਼ੂਟਿੰਗ ਹੋ ਰਹੀ ਹੈ ख्वाजा ਸਾਹਿਬ ਦੀ, ਉਹ ਉੱਤੇ ਆਏ ਨੇ, ਅਸੀਂ ਕੋਈ 250-300 ਬੰਦਾ ਸੀ ਸ਼ੂਟਿੰਗ ਤੇ। ਅੱਛਾ, ਤੇ ਉਹਨਾਂ ਨੇ ਇੰਨਾ ਕਹਿੰਦਾ ਯਾਰ ਮੇਰੀ ਜ਼ਿੰਦਗੀ ਦਾ ਪਹਿਲਾ ਗਾਣਾ ਵੀ ਇੱਥੇ ਹੀ ਹੋਇਆ ਹੈ। ਤੇ ਉਸ ਤੋਂ ਬਾਅਦ ਉਹਨਾਂ ਨੇ ਜੋ ਉਹ ਖੁਦ ਹੀ ਆ ਕੇ ਮੇਰੇ ਨਾਲ ਸ਼ੂਟਿੰਗ ਦੇ ਵਿੱਚ ਉਹਨਾਂ ਨੇ ਸ਼ੂਟਿੰਗ ਕਰਤੀ ਮੇਰੇ ਨਾਲ, ਤੇ ਮੇਰੇ ਵਾਸਤੇ ਤੇ ਉਹ ਔਰ ਬਿਲਕੁਲ ਠੀਕ ਠਾਕ ਸਨ। ਕੁਝ ਅਗਰ ਉਹਨਾਂ ਨੇ ਕੀਤਾ ਤਾਂ ਉਹਨਾਂ ਦਾ ਆਪਣਾ ਉਹਨਾਂ ਦਾ ਹੈ, ਸਾਡਾ ਉਹਨਾਂ ਕੋਈ ਤਲਕ ਨਹੀਂ ਹੈ। ਸਹੀ।